ਸਤਿ ਸ਼੍ਰੀ ਅਕਾਲ ਜੀ। मैं लवप्रीत कौर हाजरा जी गुरमेजर सिंह द्वारा लिखी गई कहानी का भाग दूजा लैके। पिछले भाग ਵਿੱਚ ਤੁਸੀਂ ਸੁਣਿਆ ਕਿ रुलदू ਦੀ ਟੀਚਰ ਉਸਨੂੰ ਆਪਣੇ ਪਾਪੇ ਨੂੰ ਨਾਲ ਲੈ ਕੇ ਆਉਣ ਲਈ ਕਹਿੰਦੀ ਹੈ ਤੇ ਅੱਗੋਂ रुलदू ਕਹਿੰਦਾ ਹੈ ਕਿ ਪਾਪਾ ਹੀ ਨਹੀਂ ਪੂਰੀ ਪੰਚਾਇਤ ਵੀ ਮੇਰੇ ਨਾਲ ਸਕੂਲ ਵਿੱਚ ਆਵੇਗੀ। ਆਓ ਅੱਗੇ ਸ਼ੁਰੂ ਕਰਦੇ ਹਾਂ। ਬੱਚਿਆਂ ਹੱਥ ਕਾਪੀਆਂ ਦੇ ਕੇ ਆਪ ਸਵੈਟਰ ਬੁਣਨ ਬਹਿ ਜਾਂਦੇ ਹੋ। ਇਹ रुलदू ਆ रुलदू, ਇਹ ਤਾਂ ਵੱਡੇ ਵੱਡਿਆਂ ਨੂੰ ਚੁੱਪ ਕਰਾ ਦਿੰਦਾ। ਤੁਹਾਡੇ ਵਰਗੇ ਟੀਚਰ ਐਦਾਂ ਹੀ ਸੂਤ ਆਉਣਗੇ। ਟੀਚਰ ਇੱਕਦਮ ਡਰ ਗਈ। ਉਸਨੇ ਨਰਮਾਈ ਨਾਲ ਕਿਹਾ, ਬੱਚੇ ਬੈਠ ਜਾ, ਤੂੰ ਹੁਣ ਪਿਛਲਾ ਸਿਲੇਬਸ ਕਿਸੇ ਦੀ ਕਾਪੀ ਲੈ ਕੇ ਪੂਰਾ ਕਰ ਲੈ, ਕੱਲ੍ਹ ਤੋਂ ਬਲੈਕਬੋਰਡ 'ਤੇ ਲਿਖਵਾਇਆ ਕਰਾਂਗੀ। रुलदू ਨੇ ਰੋਹਬ ਨਾਲ ਕਿਹਾ, ਠੀਕ ਹੈ ਜੀ ਠੀਕ ਹੈ, ਪਰ ਸਿਰਫ ਅੱਜ ਲਈ। ਜੇ ਕੱਲ੍ਹ ਵੀ ਸਕੂਲ 'ਚ ਬਹਿ ਕੇ ਟੀਚਰਾਂ ਵੱਲੋਂ ਫੋਨ ਚਲਾਏ ਗਏ, ਸਵੈਟਰ ਬੁਣੇ ਗਏ, ਕਲਾਸ ਵਿੱਚ ਮੋਨੀਟਰ ਖੜ੍ਹੇ ਕਰਕੇ ਆਪ ਜਾ ਕੇ ਸਮੋਸੇ ਖਾਏ ਗਏ, ਤਾਂ ਪਰਸੋਂ ਨੂੰ ਜਿਹੜੇ ਪਿੰਡਾਂ ਦੇ ਇਸ ਸਕੂਲ ਵਿੱਚ ਬੱਚੇ ਆਉਂਦੇ, ਉੱਥੋਂ ਦੀ ਪੰਚਾਇਤ ਵੀ ਉਹਨਾਂ ਨਾਲ ਆਊ। ਟੀਚਰ ਪੰਚਾਇਤ ਦਾ ਨਾਮ ਸੁਣ ਕੇ ਇੰਨਾ ਡਰ ਗਈ ਕਿ ਉਹ ਕੁਝ ਨਾ ਬੋਲੀ ਤੇ ਇੱਕ ਬੱਚੇ ਦੀ ਕਾਪੀ ਲੈ ਕੇ रुलदू ਨੂੰ ਕੰਮ ਕਰਨ ਲਈ ਦੇ ਦਿੱਤੀ। ਫਿਰ ਥੋੜ੍ਹੀ ਦੇਰ ਬਾਅਦ ਛੁੱਟੀ ਹੋ ਗਈ। ਅਗਲੇ ਦਿਨ ਮੈਥ ਦਾ ਪੀਰੀਅਡ ਚੱਲ ਰਿਹਾ ਸੀ। ਕਲਾਸ ਵਿੱਚ ਇੱਕ ਬੱਚਾ ਆਇਆ। ਉਸਨੇ ਮੈਥ ਟੀਚਰ ਦੇ ਕੋਲ ਆ ਕੇ ਕੁਝ ਕਿਹਾ। ਉਹ ਬੱਚਾ ਫਿਰ ਕਲਾਸ 'ਚੋਂ ਬਾਹਰ ਚਲਾ ਗਿਆ। ਮੈਥ ਟੀਚਰ ਨੇ ਇੱਕ ਵਿਦਿਆਰਥਣ ਨੂੰ ਕਿਹਾ, ਰਾਣੀ ਆ ਲੈ ਫੜ ਕਾਪੀ ਤੇ ਇਸ ਸਵਾਲ ਦਾ ਉੱਤਰ ਬਲੈਕਬੋਰਡ 'ਤੇ ਲਿਖ ਦੇ, ਮੈਂ ਮੀਟਿੰਗ ਵਿੱਚ ਜਾ ਕੇ ਆਉਣਾ। ਰਾਣੀ ਨੇ ਕਾਪੀ ਫੜ ਲਈ ਤੇ ਟੀਚਰ ਬਾਹਰ ਜਾਣ ਹੀ ਲੱਗੀ ਸੀ ਕਿ रुलदू ਨੇ ਆਵਾਜ਼ ਦਿੱਤੀ, ਰੁਕੋ ਮੈਡਮ ਜੀ। ਟੀਚਰ, ਕੀ ਹੋਇਆ ਬੱਚੇ? रुलदू, ਮੈਡਮ ਜੀ ਤੁਸੀਂ ਲਿਖੋ ਬਲੈਕਬੋਰਡ 'ਤੇ, ਨਹੀਂ ਤਾਂ ਅਸੀਂ ਨਹੀਂ ਲਿਖਣਾ ਆਪਣੀਆਂ ਕਾਪੀਆਂ 'ਤੇ। ਟੀਚਰ, ਬੱਚੇ ਸਾਨੂੰ ਸਾਰੇ ਸਟਾਫ ਨੂੰ ਪ੍ਰਿੰਸੀਪਲ ਮੈਮ ਨੇ ਬੁਲਾਇਆ ਹੈ, ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੈ। रुलदू, ਜੇ ਤੁਸੀਂ ਕਲਾਸ ਛੱਡ ਕੇ ਕਿਸੇ ਮੀਟਿੰਗ 'ਚ ਗਏ ਤਾਂ ਕੱਲ੍ਹ ਇਸ ਸਕੂਲ 'ਚ ਪੰਚਾਇਤ ਦੀ ਮੀਟਿੰਗ ਹੋਊਗੀ। रुलदू ਨੂੰ ਬੋਲਦੇ ਨੂੰ ਦੇਖ ਕੇ ਉਸਦੇ ਦੋਸਤ ਮਨੀ ਨੇ ਹੌਲੀ ਜਿਹੇ ਕਿਹਾ, ਓਏ ਤੂੰ ਕੀ ਕਰੀ ਜਾਨਾ, ਜਾਣ ਦੇ ਮੈਡਮ ਨੂੰ ਮੀਟਿੰਗ 'ਚ। रुलदू ਨੇ ਵੀ ਉਸਨੂੰ ਹੌਲੀ ਜਿਹੇ ਕਿਹਾ, ਓਏ ਕੋਈ ਮੀਟਿੰਗ ਮੂਟਿੰਗ ਨਹੀਂ, ਇਹਨਾਂ ਨੇ ਸਟਾਫ ਰੂਮ 'ਚ ਬਹਿ ਕੇ ਸਮੋਸੇ ਖਾਣੇ ਹੋਣਗੇ ਜਾਂ ਕੁਝ ਹੋਰ ਖਾਣਾ ਹੋਣਾ। ਮੈਨੂੰ ਇਹਨਾਂ ਦਾ ਹੁਣ ਤੱਕ ਇੰਨਾ ਕੁ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ। ਟੀਚਰ ਨੇ रुलदू ਤੇ ਮਨੀ ਨੂੰ ਖੁਸਰ ਫੁਸਰ ਕਰਦਿਆਂ ਦੇਖ ਕੇ ਗੁੱਸੇ ਵਿੱਚ ਕਿਹਾ, ਕੀ ਕਰ ਰਹੇ ਹੋ ਤੁਸੀਂ ਦੋਵੇਂ? रुलदू, ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਹਾਂ ਜੀ ਕਿ ਤੁਸੀਂ ਜੋ ਕੁਝ ਵੀ ਖਾਣਾ ਪੀਣਾ ਹੁੰਦਾ ਅੱਧੀ ਛੁੱਟੀ ਵੇਲੇ ਖਾਇਆ ਕਰੋ। ਇਹ ਸਮਾਂ ਸਾਨੂੰ ਪੜ੍ਹਾਉਣ ਦਾ ਹੈ, ਨਾ ਕਿ ਸਟਾਫ ਰੂਮ 'ਚ ਬਹਿ ਕੇ ਫਾਸਟ ਫੂਡ ਖਾਣ ਦਾ। ਟੀਚਰ ਨੇ ਕਿਹਾ, ਅਸੀਂ ਕੁਝ ਖਾਣ ਨਹੀਂ ਜਾ ਰਹੇ ਉੱਥੇ। रुलदू, ਉਹ ਜਾਣ ਦਿਓ ਮੈਡਮ ਜੀ, ਮੈਨੂੰ ਪੈਣ ਦਿਓ। ਇੰਨੇ ਸਾਲ ਪੜ੍ਹਦੇ ਨੇ, ਮੈਂ ਟੀਚਰਸ ਨੂੰ ਸਟਾਫ ਰੂਮ ਵਿੱਚ ਜਾਂ ਤਾਂ ਗੱਪਾਂ ਕੁੱਟਦਿਆਂ ਨੂੰ ਦੇਖਿਆ ਜਾਂ ਫਿਰ ਪੇਟ ਭਰਦਿਆਂ ਨੂੰ। ਜੇ ਕੋਈ ਮੀਟਿੰਗ ਵਗੈਰਾ ਰੱਖਣੀ ਵੀ ਹੋਵੇ ਤਾਂ ਵਿਹਲੇ ਸਮੇਂ 'ਚ ਰੱਖਿਆ ਕਰੋ। ਸਾਡੀ ਪੜ੍ਹਾਈ ਖਰਾਬ ਕਰਨ ਦਾ ਕੀ ਮਤਲਬ? ਸਾਡੇ ਮਾਂ-ਪਿਓ ਆਪਣੇ ਹੱਡ ਭੋਰ ਕੇ ਫੀਸਾਂ ਸਾਨੂੰ ਪੜ੍ਹਾਉਣ ਲਈ ਦਿੰਦੇ ਨੇ, ਇਸ ਲਈ ਨਹੀਂ ਕਿ ਅਸੀਂ ਹੀ ਬਲੈਕਬੋਰਡਾਂ 'ਤੇ ਲਿਖੀਏ ਤੇ ਫਿਰ ਬਲੈਕਬੋਰਡ ਤੋਂ ਉਸ ਨੂੰ ਆਪਣੀਆਂ ਕਾਪੀਆਂ 'ਤੇ ਉਤਾਰੀਏ। ਤੁਹਾਨੂੰ ਤਨਖਾਹਾਂ ਕਿਸ ਕੰਮ ਦੀਆਂ ਫਿਰ? ਸਿਰਫ ਸਕੂਲਾਂ 'ਚ ਆ ਕੇ ਕੁਰਸੀਆਂ 'ਤੇ ਬੈਠਣ ਦੀਆਂ, ਗੱਪਾਂ ਮਾਰਨ ਦੀਆਂ ਤੇ ਬੱਚਿਆਂ ਤੋਂ ਆਪਣੇ ਹਿੱਸੇ ਦੇ ਹਰ ਕੰਮ ਕਰਾਉਣ ਦੀਆਂ। ਤੁਸੀਂ ਹੱਥ ਚਲਾਓ, ਨਹੀਂ ਤਾਂ ਕੱਲ੍ਹ ਪੰਚਾਇਤ ਤੁਹਾਡਾ ਇੱਥੋਂ ਚਲਾਣਾ ਕਰਵਾ ਸਕਦੀ। ਹੋਰਨਾਂ ਟੀਚਰਾਂ ਨੂੰ ਵੀ ਦੱਸ ਦਿਓ ਕਿ रुलदू ਭੜਕਿਆ ਪਿਆ, ਸੰਭਲ ਕੇ ਚੱਲਣ, ਨਹੀਂ ਤਾਂ ਕਿਸੇ ਦੀ ਵੀ ਬਦਲੀ ਹੋ ਸਕਦੀ ਆ। रुलदू ਦੀ ਚੇਤਾਵਨੀ ਸੁਣ ਕੇ ਟੀਚਰ ਡਰ ਗਈ। ਬਹੁਤ ਬੱਚੇ ਉਸ ਨੂੰ ਬੁਲਾਉਣ ਆਏ ਪਰ ਉਹ ਕਲਾਸ 'ਚੋਂ ਬਾਹਰ ਨਾ ਗਈ। ਫਿਰ ਉਸਨੇ ਬਲੈਕਬੋਰਡ 'ਤੇ ਆਪ ਲਿਖਣਾ ਸ਼ੁਰੂ ਕਰ ਦਿੱਤਾ। रुलदू ਦਾ ਹੌਸਲਾ ਦੇਖ ਕੇ ਸਾਰੀ ਕਲਾਸ ਹੈਰਾਨ ਹੁੰਦੀ ਸੀ। ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਸੱਚ ਬੋਲ ਦੇਵੇ, ਪਰ रुलदू ਕਿਸੇ ਤੋਂ ਬੋਲਣ ਲੱਗਿਆ ਡਰਦਾ ਨਹੀਂ ਸੀ। ਰਾਣੀ ਵੈਸੇ ਤਾਂ रुलदू ਨੂੰ ਪਹਿਲਾਂ ਵੀ ਦੇਖਦੀ ਰਹਿੰਦੀ ਸੀ, ਪਰ ਅੱਜ ਜੋ रुलदू ਨੇ ਕੀਤਾ ਉਸ ਨੂੰ ਦੇਖ ਕੇ ਰਾਣੀ ਬਹੁਤ ਖੁਸ਼ ਸੀ। ਅੱਜ रुलदू ਅੱਗੇ ਟੀਚਰ ਦਾ ਸਾਹ ਵੀ ਨਹੀਂ ਨਿਕਲਿਆ। ਰਾਣੀ ਅੰਦਰੋਂ ਅੰਦਰੀ रुलदू ਨੂੰ ਪਸੰਦ ਕਰਦੀ ਸੀ। ਛੋਟੀ ਉਮਰ ਵਿੱਚ ਹੀ रुलदू ਨੂੰ ਦਿਲ ਦੇ ਬੈਠੀ ਸੀ, ਪਰ रुलदू ਨੂੰ ਇਸ ਗੱਲ ਦਾ ਭੋਰਾ ਨਹੀਂ ਪਤਾ ਸੀ। ਇਸ਼ਕ ਪਿਆਰ ਤੋਂ ਉਹ ਬੜੀ ਦੂਰ ਸੀ। ਰਾਣੀ ਵੀ ਇੱਕ ਮਿਡਲ ਕਲਾਸ ਪਰਿਵਾਰ 'ਚੋਂ ਸੀ। ਉਸਦੇ ਪਿਓ ਦੀ ਕਮਾਈ ਨਾਲ ਘਰ ਦੀਆਂ ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ ਸਨ, ਪਰ ਰਾਣੀ ਖੁਸ਼ ਸੀ। रुलदू ਵਿੱਚ ਵੀ ਪੜ੍ਹਨ ਦਾ ਗੁਣ ਸੀ। ਉਹ ਵਕੀਲ ਬਣਨਾ ਚਾਹੁੰਦਾ ਸੀ। ਉਸ ਦਾ ਬਿਨਾਂ ਡਰੇ ਆਪਣੀ ਗੱਲ ਕਿਸੇ ਅੱਗੇ ਵੀ ਰੱਖਣਾ ਰਾਣੀ ਨੂੰ ਬਹੁਤ ਚੰਗਾ ਲੱਗਦਾ। ਕਿੰਨਾ ਹੀ ਚਿਰ ਰਾਣੀ ਨੇ ਆਪਣੀ ਦਿਲ ਦੀ ਗੱਲ ਦਿਲ ਵਿੱਚ ਹੀ ਦਬਾ ਕੇ ਰੱਖੀ। ਉਹ रुलदू ਨੂੰ ਇਜ਼ਹਾਰ ਕਰਨ ਤੋਂ ਡਰਦੀ ਸੀ
ਕਿ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਪੜ੍ਹਾਈ ਬੰਦ ਕਰਾ ਦੇਣਗੇ ਤੇ ਉਹ ਰੁਲਦੂ ਨੂੰ ਦੇਖਣ ਤੋਂ ਵੀ ਜਾਊਗੀ। ਪਰ ਉਹ ਮਨ ਹੀ ਮਨ ਰੁਲਦੂ ਬਾਰੇ ਸੋਚਦੀ ਰਹਿੰਦੀ ਸੀ। ਉਸ ਨਾਲ ਜ਼ਿੰਦਗੀ ਜੀਣ ਦੀਆਂ ਵਿਉਂਤਾਂ ਬਣਾਉਂਦੀ ਰਹਿੰਦੀ ਸੀ। ਰੁਲਦੂ ਦਾ ਰਾਣੀ ਵੱਲ ਕੋਈ ਧਿਆਨ ਨਹੀਂ ਸੀ। ਉਸ ਦਾ ਧਿਆਨ ਆਪਣੇ ਟੀਚੇ 'ਤੇ ਰਹਿੰਦਾ ਸੀ। ਦੂਜੇ ਪਾਸੇ ਰੁਲਦੂ ਦੀਆਂ ਨਿੱਤ ਪੰਚਾਇਤ ਬੁਲਾਉਣ ਦੀਆਂ ਧਮਕੀਆਂ ਕਾਰਨ ਸਕੂਲ ਦੇ ਟੀਚਰਸ ਵਿੱਚ ਪਹਿਲਾਂ ਨਾਲੋਂ ਕਾਫੀ ਬਦਲਾਅ ਆ ਚੁੱਕਾ ਸੀ। ਹੁਣ ਟੀਚਰਸ ਆਪਣੇ ਕੰਮ ਬੱਚਿਆਂ ਤੋਂ ਕਰਾਉਣ ਦੀ ਬਜਾਏ ਆਪ ਕਰਦੇ ਸਨ। ਰਾਣੀ ਨੂੰ ਪਤਾ ਸੀ ਕਿ ਉਸਦੇ ਘਰਦਿਆਂ ਨੇ ਉਸਨੂੰ 12ਵੀਂ ਤੋਂ ਅੱਗੇ ਨਹੀਂ ਪੜ੍ਹਾਉਣਾ, ਇਸ ਲਈ ਉਹਨੂੰ ਹੁਣ ਫਿਕਰ ਲੱਗੀ ਰਹਿੰਦੀ ਸੀ ਕਿ ਉਹ ਸਕੂਲ ਤੋਂ ਬਾਅਦ ਰੁਲਦੂ ਦਾ ਚਿਹਰਾ ਕਿਵੇਂ ਦੇਖੇਗੀ। ਉਸਨੇ ਮਨ ਬਣਾ ਲਿਆ ਕਿ 12ਵੀਂ ਦੇ ਪੇਪਰਾਂ ਤੋਂ ਪਹਿਲਾਂ ਉਹ ਰੁਲਦੂ ਨੂੰ ਪਿਆਰ ਦਾ ਇਜ਼ਹਾਰ ਕਰ ਦੇਵੇਗੀ। ਸਾਧੂ ਸਿੰਘ ਨੇ ਹੱਡ ਭੰਨਵੀਂ ਮਿਹਨਤ ਸਦਕਾ ਆਪ ਰੋਟੀ ਘੱਟ ਖਾ ਕੇ ਲੱਖੀ, ਪੋਲੇ, ਭੰਗੀ, ਜੋਤੀ ਨੂੰ ਉਚੇਰੀ ਪੜ੍ਹਾਈ ਹਾਸਲ ਕਰਵਾ ਦਿੱਤੀ ਸੀ। ਹੁਣ ਉਹ ਰੁਲਦੂ ਵੱਲੋਂ ਜਿਵੇਂ ਬੇਫਿਕਰ ਹੀ ਹੋ ਗਿਆ ਸੀ। ਉਹ ਰੁਲਦੂ ਦੇ ਭਵਿੱਖ ਨੂੰ ਛਿੱਕੇ ਟੰਗ ਕੇ ਜੋਤੀ, ਲੱਖੀ ਤੇ ਪੋਲੇ ਦੇ ਵਿਆਹਾਂ ਲਈ ਪੈਸੇ ਜੋੜਨ ਲੱਗ ਪਿਆ। ਰੁਲਦੂ ਦੀ 12ਵੀਂ ਹੋ ਗਈ। ਇੱਕ ਦਿਨ ਉਸਨੇ ਸਾਧੂ ਸਿੰਘ ਨੂੰ ਕਿਹਾ, ਪਾਪੇ BA ਦੇ ਫਾਰਮ ਨਿਕਲਣ ਵਾਲੇ ਨੇ, ਤਿਆਰੀ ਕਰ ਲਾਂ ਫਿਰ? ਸਾਧੂ ਸਿੰਘ ਨੇ ਕਿਹਾ, ਬਸ ਬਹੁਤ ਪੜ੍ਹ ਲਿਆ ਹੁਣ। ਬਹੁਤਾ ਪੜ੍ਹ ਕੇ ਕੀ ਤੈਂ ਵਕੀਲ ਬਣਨਾ? ਰੁਲਦੂ ਦਾ ਮੂੰਹ ਛੋਟਾ ਜਿਹਾ ਹੋ ਗਿਆ। ਉਸਨੇ ਕਿਹਾ, ਬੱਲੇ ਪਾਪੇ, ਵੱਡਿਆਂ ਨੇ ਕੀ ਤੈਨੂੰ ਜਹਾਜ਼ ਖਰੀਦ ਕੇ ਦਿੱਤੇ? ਨਾਲੇ ਵਕੀਲ ਹੀ ਬਣਨਾ ਪਾਪੇ, ਬਸ ਥੋੜ੍ਹਾ ਜਿਹਾ ਮੋਢਾ ਲਾ ਦੇ, ਬਾਕੀ ਬਾਅਦ 'ਚ ਮੈਂ ਕੋਈ ਛੋਟਾ ਮੋਟਾ ਕੰਮ ਕਰਕੇ ਫੀਸਾਂ ਭਰ ਲੂੰਗਾ। ਸਾਧੂ ਸਿੰਘ ਨੇ ਖਹਿੜਾ ਛੁਡਾਉਣ ਲਈ ਗੁੱਸੇ ਵਿੱਚ ਕਿਹਾ, ਵੱਡਿਆਂ ਦੀ ਗੱਲ ਮੰਨ ਲਈਦੀ ਹੁੰਦੀ ਆ। ਹੁਣ ਤੇਰੇ ਤੋਂ ਵੱਡਿਆਂ ਦੇ ਵਿਆਹ ਕਰਨੇ ਨੇ। ਅੰਦਾਜ਼ਾ ਵੀ ਹੈ ਤੈਨੂੰ ਕਿ ਪੈਸੇ ਕਿੱਥੋਂ ਤੇ ਕਿਵੇਂ ਆਉਣਗੇ? ਤੇਰਾ ਤਾਂ ਬੋਲ ਕੇ ਸਰ ਜਾਂਦਾ। ਮੈਨੂੰ ਪੁੱਛ ਕੇ ਦੇਖ ਕਿ ਕਿਵੇਂ ਗੁਜ਼ਾਰਾ ਤੋੜਦਾ ਮੈਂ ਘਰ ਦਾ। ਡੱਕਾ ਤੋੜਨਾ ਨਹੀਂ ਲੱਗਦਾ ਵਕੀਲ ਦਾ। ਰੁਲਦੂ ਫਿਰ ਅੱਗੇ ਕੁਝ ਨਾ ਬੋਲਿਆ। ਰੁਲਦੂ ਅੰਦਰੋਂ ਟੁੱਟ ਚੁੱਕਾ ਸੀ। ਉਹ ਪਹਿਲਾ ਦਿਨ ਸੀ ਜਦੋਂ ਰੁਲਦੂ ਦੇ ਹਮੇਸ਼ਾ ਹੱਸਣ ਵਾਲੇ ਚਿਹਰੇ ਨੂੰ ਹੰਝੂਆਂ ਨੇ ਘੇਰਾ ਪਾ ਲਿਆ ਸੀ। ਉਸਦੇ ਦਿਲ 'ਤੇ ਜਿਵੇਂ ਟੱਕ ਵੱਜ ਗਿਆ ਹੋਵੇ। ਉਸ ਦਿਨ ਤੋਂ ਬਾਅਦ ਰੁਲਦੂ ਨੇ ਵੀ ਸਾਧੂ ਸਿੰਘ ਵਾਂਗ ਦਿਹਾੜੀਆਂ ਕਰਨ ਦਾ ਫੈਸਲਾ ਕਰ ਲਿਆ। ਉਹ ਪਿੰਡ ਦੇ ਇੱਕ ਮਿਸਤਰੀ ਨਾਲ ਕੰਮ 'ਤੇ ਜਾਣ ਲੱਗ ਪਿਆ। ਸਵੇਰੇ ਰੋਟੀਆਂ ਦਾ ਡੱਬਾ ਲੈ ਕੇ ਕੰਮ 'ਤੇ ਜਾਂਦਾ ਸੀ ਤੇ ਸ਼ਾਮ ਨੂੰ ਲਿਬੜਿਆ ਤਿਬੜਿਆ ਘਰ ਆਉਂਦਾ ਸੀ। ਖੁਸ਼ੀਆਂ ਖੇੜੇ ਉਸਦੇ ਚਿਹਰੇ ਤੋਂ ਜਿਵੇਂ ਖੰਭ ਲਾ ਕੇ ਉੱਡ ਗਏ ਸਨ। ਸਾਰੇ ਦਿਨ ਦਾ ਥੱਕਿਆ ਟੁੱਟਿਆ ਉਹ ਘਰ ਆ ਕੇ ਸੌਂ ਜਾਂਦਾ ਸੀ। ਨਾ ਘਰਦਿਆਂ ਨਾਲ ਕੋਈ ਗੱਲਬਾਤ ਕਰਦਾ ਸੀ ਤੇ ਨਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਾਂਦਾ ਸੀ। ਘਰਦਿਆਂ ਸਣੇ ਪਿੰਡ ਦੇ ਹੋਰ ਲੋਕ ਰੁਲਦੂ ਦੇ ਮਜ਼ਾਕੀਆ ਬੋਲ ਸੁਣਨ ਨੂੰ ਤਰਸ ਗਏ ਸਨ। ਕਾਫੀ ਦਿਨ ਹੋ ਗਏ ਸਨ ਰਾਣੀ ਨੇ ਰੁਲਦੂ ਦਾ ਚਿਹਰਾ ਨਹੀਂ ਦੇਖਿਆ ਸੀ। ਉਹ ਰੁਲਦੂ ਦੇ ਪਿਆਰ ਵਿੱਚ ਕਮਲੀ ਹੋਈ ਫਿਰਦੀ ਸੀ। ਰੋਟੀ ਪਾਣੀ ਦੀ, ਸੌਣ ਦੀ ਉਸਨੂੰ ਕੋਈ ਸੁੱਧ ਬੁੱਧ ਨਹੀਂ ਸੀ। ਉਹ ਬਸ ਇੱਕ ਵਾਰ ਰੁਲਦੂ ਦਾ ਚਿਹਰਾ ਦੇਖਣਾ ਚਾਹੁੰਦੀ ਸੀ ਤੇ ਉਸਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੀ ਸੀ, ਜੋ ਕਿ ਉਹ ਸਕੂਲ ਵਿੱਚ ਨਾ ਦੱਸ ਸਕੀ। ਇੱਕ ਦਿਨ ਰੁਲਦੂ ਰਾਣੀ ਦੇ ਘਰ ਕੋਲੋਂ ਦੀ ਲੰਘਿਆ। ਉਹ ਇਕੱਲਾ ਹੀ ਸੀ। ਰਾਣੀ ਨੇ ਉਸਨੂੰ ਦੇਖ ਲਿਆ ਸੀ। ਉਹ ਘਰਦਿਆਂ ਤੋਂ ਅੱਖ ਬਚਾ ਕੇ ਰੁਲਦੂ ਦੇ ਪਿੱਛੇ ਤੁਰ ਪਈ। ਥੋੜ੍ਹੀ ਦੂਰ ਜਾ ਕੇ ਰਾਣੀ ਨੇ ਰੁਲਦੂ ਨੂੰ ਆਵਾਜ਼ ਮਾਰੀ। ਰੁਲਦੂ ਰੁਕ ਗਿਆ। ਫਿਰ ਰਾਣੀ ਨੇ ਰੁਲਦੂ ਦੇ ਕੋਲ ਜਾ ਕੇ ਪਹਿਲਾਂ ਤਾਂ ਹਾਲ ਚਾਲ ਪੁੱਛਿਆ, ਫਿਰ ਉਸਦੇ ਬਾਰੇ ਰਾਣੀ ਦੇ ਦਿਲ ਵਿੱਚ ਜੋ ਵੀ ਸੀ ਸਭ ਸੱਚ-ਸੱਚ ਦੱਸ ਦਿੱਤਾ ਤੇ ਕਿਹਾ, ਮੈਂ ਤੈਨੂੰ ਸਕੂਲ ਵਿੱਚ ਹੀ ਸਭ ਦੱਸ ਦੇਣਾ ਚਾਹੁੰਦੀ ਸੀ, ਪਰ ਇੱਕ ਡਰ ਜਿਹਾ ਲੱਗਾ ਰਹਿੰਦਾ ਸੀ, ਇਸ ਕਰਕੇ ਕਦੇ ਹਿੰਮਤ ਹੀ ਨਾ ਪਈ। ਇਸ ਤੋਂ ਪਹਿਲਾਂ ਕਿ ਰੁਲਦੂ ਕੁਝ ਬੋਲਦਾ, ਰਾਣੀ ਦੇ ਪਿਓ ਤੇ ਭਰਾਵਾਂ ਨੇ ਆਣ ਕੇ ਦੋਵਾਂ ਨੂੰ ਫੜ ਲਿਆ। ਰਾਣੀ ਦੇ ਪਿਓ ਸੁਰਜੀਤ ਨੇ ਰਾਣੀ ਦੇ ਜ਼ੋਰਦਾਰ ਥੱਪੜ ਜੜਦੇ ਹੋਏ ਕਿਹਾ, ਤੂੰ ਇੱਥੇ ਇਸ ਮੁੰਡੇ ਨਾਲ ਖੜੀ ਕੀ ਕਰਦੀ ਆਂ? ਸ਼ਰਮ ਲਾ ਦਿੱਤੀ ਤੂੰ? ਉਹ ਤਾਂ ਸ਼ੁਕਰ ਆ ਕਿ ਅਸੀਂ ਟਾਈਮ 'ਤੇ ਆ ਗਏ, ਨਹੀਂ ਤਾਂ ਤੂੰ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਸੀ। ਫਿਰ ਆਪਣੇ ਮੁੰਡਿਆਂ ਨੂੰ ਕਹਿੰਦਾ ਹੋਇਆ, ਓਏ ਖੜੇ ਕੀ ਕਰਦੇ ਹੋ? ਇਸ ਮੁੰਡੇ ਦੀ ਧੌੜੀ ਲਾਓ ਫੜ ਕੇ, ਇੰਨਾ ਕੁੱਟੋ ਕਿ ਅੱਗੇ ਤੋਂ ਕੁੜੀ ਸ਼ਬਦ ਤੋਂ ਵੀ ਖੌਫ ਖਾਵੇ। ਰੁਲਦੂ ਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਵਾਰ ਮੇਰੀ ਗੱਲ ਤਾਂ ਸੁਣੋ, ਪਰ ਰਾਣੀ ਦੇ ਭਰਾਵਾਂ ਨੇ ਉਸਦੀ ਇੱਕ ਨਾ ਸੁਣੀ। ਉਹਨਾਂ ਨੇ ਰੁਲਦੂ ਨੂੰ ਜਾਨਵਰਾਂ ਵਾਂਗ ਕੁੱਟਿਆ। ਦੇਖਦੇ ਹੀ ਦੇਖਦੇ ਉੱਥੇ ਅੱਧਾ ਪਿੰਡ ਇਕੱਠਾ ਹੋ ਗਿਆ। ਜਦੋਂ ਰੁਲਦੂ ਅੱਧਮੋਇਆ ਹੋ ਗਿਆ ਤਾਂ ਰਾਣੀ ਦਾ ਪਿਓ ਤੇ ਉਸਦੇ ਭਰਾ ਉਸਨੂੰ ਉੱਥੇ ਹੀ ਛੱਡ ਕੇ ਚਲੇ ਗਏ। 2-3 ਬੰਦੇ ਜੋ ਕਿ ਜਾਣਦੇ ਸਨ ਕਿ ਰੁਲਦੂ ਕੁਝ ਗਲਤ ਨਹੀਂ ਕਰ ਸਕਦਾ, ਉਹ ਰੁਲਦੂ ਨੂੰ ਪਹਿਲਾਂ ਡਾਕਟਰ ਕੋਲ ਲੈ ਗਏ।
ਫਿਰ ਦਵਾਈ ਦਵਾ ਕੇ ਉਸਦੇ ਘਰ ਵੱਲ ਨੂੰ ਤੁਰ ਪਏ। ਸਾਧੂ ਸਿੰਘ ਦਾ ਰੁਲਦੂ ਨੂੰ 2-3 ਬੰਦਿਆਂ ਨਾਲ ਲਹੂ ਲਹਾਨ ਹੋਇਆ ਆਉਂਦਾ ਦੇਖ ਕੇ ਦਿਲ ਕੰਬ ਗਿਆ। ਉਹ ਮੰਜੇ ਤੋਂ ਉੱਠ ਕੇ ਬਾਹਰ ਰੁਲਦੂ ਵੱਲ ਨੂੰ ਭੱਜਿਆ। ਉਸਨੇ ਰੁਲਦੂ ਨੂੰ ਕੁਝ ਨਾ ਪੁੱਛਿਆ ਤੇ ਜੱਫੀ ਪਾ ਕੇ ਹੰਝੂ ਚੋਣ ਲੱਗ ਪਿਆ। ਰੁਲਦੂ ਨੇ ਮਰੀਅਲ ਜਿਹੀ ਆਵਾਜ਼ ਵਿੱਚ ਕਿਹਾ, ਪਾਪੇ, ਸਰੀਰ ਵਿੱਚ ਦਰਦ ਬਹੁਤ ਹੋ ਰਿਹਾ। ਸਾਧੂ ਸਿੰਘ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ, ਵੇ ਪੁੱਤਰਾ, ਆ ਕੀ ਹੋ ਗਿਆ ਤੈਨੂੰ? ਰੁਲਦੂ ਕੁਝ ਬੋਲਦਾ ਇਸ ਤੋਂ ਪਹਿਲਾਂ ਲੱਖੋ ਅੰਦਰੋਂ ਬਾਹਰ ਆਈ ਤੇ ਕਹਿਣ ਲੱਗੀ, ਉਹ ਆ ਕੀ ਕਰਾ ਕੇ ਆ ਗਿਆ ਟੁੱਟ ਪੈਣਿਆ? ਹੁਣ ਕਿਹੜਾ ਸਿਆਪਾ ਛੇੜਤਾ ਸਾਡੀ ਜਾਨ ਨੂੰ? ਜ਼ਰੂਰ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਹੋਣਾ, ਬੇਗਾਨਾ ਛੱਡਦਾ ਕੋਈ ਫਿਰ? ਰੁਲਦੂ ਨੇ ਕਿਹਾ, ਮਾਤਾ, ਮੈਂ ਸੁੱਖੀ ਸਾਂਦੀ ਕਿਸੇ ਨੂੰ ਕਿਉਂ ਆਵਾ-ਤਵਾ ਬੋਲੂੰਗਾ? ਮੇਰੀ ਇਸ ਹਾਲਤ ਵਿੱਚ ਮੇਰੀ ਕੋਈ ਗਲਤੀ ਨਹੀਂ। ਲੱਖੋ ਨੇ ਰੁਲਦੂ ਦੇ ਨਾਲ ਆਏ ਬੰਦਿਆਂ ਤੋਂ ਪੁੱਛਿਆ, ਤੁਸੀਂ ਦੱਸੋ ਕੀ ਕਾਰਾ ਕਰਕੇ ਆਇਆ ਇਹ? ਉਹਨਾਂ ਬੰਦਿਆਂ ਨੂੰ ਵੀ ਪੂਰੀ ਗੱਲ ਦਾ ਪਤਾ ਨਹੀਂ ਸੀ। ਬਾਅਦ 'ਚ ਆ ਕੇ ਉਹਨਾਂ ਨੇ ਉਸ ਥਾਂ 'ਤੇ ਜੋ ਅੱਖਾਂ ਨਾਲ ਦੇਖਿਆ ਤੇ ਕੰਨਾਂ ਨਾਲ ਸੁਣਿਆ ਦੱਸ ਦਿੱਤਾ। ਲੱਖੋ ਉਹਨਾਂ ਦੀਆਂ ਗੱਲਾਂ ਸੁਣ ਕੇ ਛਾਤੀ ਪਿੱਟਣ ਲੱਗ ਪਈ ਤੇ ਕਹਿਣ ਲੱਗ ਪਈ, ਹਾਏ ਵੇ ਰੱਬਾ, ਇਸ ਘਟੀਆ ਔਲਾਦ ਨੇ ਆਹ ਦਿਨ ਵੀ ਦਿਖਾਉਣੇ ਸੀ। ਸਾਡੀ ਪਿੰਡ ਵਿੱਚ ਬਣੀ ਇੱਜ਼ਤ ਦਾ ਕੂੜਾ ਕਰਕੇ ਰੱਖਤਾ ਇਸ ਗੰਦੀ ਔਲਾਦ ਨੇ। ਚੰਗਾ ਹੁੰਦਾ ਜੇ ਇਸ ਨੂੰ ਕੁੜੀ ਦੇ ਭਰਾ ਥਾਇਓਂ ਹੀ ਮਾਰ ਦਿੰਦੇ। ਸਾਨੂੰ ਘਰੋਂ ਨਿਕਲਣ ਜੋਗਾ ਨਹੀਂ ਛੱਡਿਆ। ਕੁੜੀਆਂ ਛੇੜਨ ਵਾਲੀ ਮੇਰੀ ਔਲਾਦ ਨਹੀਂ ਹੋ ਸਕਦੀ। ਸਾਧੂ ਸਿੰਘ ਨੇ ਲੱਖੋ ਨੂੰ ਕਿਹਾ, ਤੈਨੂੰ ਲੱਗਦਾ ਕਿ ਆਪਣਾ ਰੁਲਦੂ ਐਦਾਂ ਦੀ ਹਰਕਤ ਕਰ ਸਕਦਾ? ਕਦੇ-ਕਦੇ ਅੱਖੀ ਦੇਖਿਆ ਤੇ ਕੰਨੀ ਸੁਣਿਆ ਵੀ ਸੱਚ ਨਹੀਂ ਹੁੰਦਾ। ਲੱਖੋ, ਜੇ ਤੁਹਾਨੂੰ ਇਹੋ ਸੱਚ ਲੱਗਦਾ ਤਾਂ ਮੈਂ ਚਲੀ ਜਾਂਦੀ ਹਾਂ ਇੱਥੋਂ। ਤੁਸੀਂ ਰਹੋ ਇਸ ਨਾਲ। ਮੇਰੇ ਤੋਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਹੋਣੀਆਂ। ਇਹੋ ਜਿਹੀ ਔਲਾਦ ਤਾਂ ਰੱਬ ਕਿਸੇ ਨੂੰ ਵੀ ਨਾ ਦੇਵੇ। ਬੰਦਾ ਭਾਵੇਂ ਬੇਔਲਾਦਾ ਮਰ ਜਾਵੇ। ਸਾਧੂ ਸਿੰਘ, ਤੂੰ ਇੱਕ ਵਾਰ ਮੁੰਡੇ ਦੀ ਗੱਲ ਵੀ ਸੁਣ ਲੈ। ਲੱਖੋ, ਤੁਸੀਂ ਸੁਣ ਲਓ, ਮੈਂ ਚਲੀ ਜਾਂਦੀ ਹਾਂ ਇਸ ਘਰ 'ਚੋਂ। ਸਾਧੂ ਸਿੰਘ, ਉਹ ਇਹ ਜਾਵੇਗਾ ਕਿੱਥੇ? ਲੱਖੋ, ਜਿੱਥੇ ਮਰਜ਼ੀ ਜਾਵੇ, ਪਰ ਮੁੜ ਕੇ ਇਸ ਘਰ ਵਿੱਚ ਪੈਰ ਨਾ ਪਾਵੇ। ਰੁਲਦੂ ਬੋਲਿਆ, ਚਲਾ ਜਾਂਦਾ ਮਾਤਾ। ਜਾਣ ਤੋਂ ਪਹਿਲਾਂ ਆਖਰੀ ਵਾਰ ਮੈਨੂੰ ਆਪਣੇ ਹੱਥ ਦੇ ਬਣੇ ਕੜੀ ਚੌਲ ਤਾਂ ਖਵਾ ਦੇ। ਲੱਖੋ ਨੇ ਗੁੱਸੇ ਨਾਲ ਭਰੀ ਹੋਈ ਨੇ ਕਿਹਾ, ਤੈਨੂੰ ਖਵਾਉਂਦੀਆਂ ਸ਼ਾਹੀ ਪਨੀਰ। ਦਫਾ ਹੋ ਜਾ ਇੱਥੋਂ, ਮੁੜ ਕੇ ਕਦੇ ਦਿਖ ਨਾ ਜਾਈਂ। ਰੁਲਦੂ ਨੇ ਉਹਨਾਂ ਬੰਦਿਆਂ ਤੋਂ ਆਪਣੀਆਂ ਬਾਹਾਂ ਛੁਡਵਾਈਆਂ ਤੇ ਆਪਣੇ ਕਦਮਾਂ ਦਾ ਰੁੱਖ ਘਰ ਤੋਂ ਬਾਹਰ ਵੱਲ ਨੂੰ ਕਰ ਲਿਆ। ਸਾਧੂ ਸਿੰਘ ਹੱਥ ਮਾਰ ਰਿਹਾ ਸੀ। ਉਹ ਰੁਲਦੂ ਨੂੰ ਰੋਕਣਾ ਚਾਹੁੰਦਾ ਸੀ, ਪਰ ਉਹ ਲੱਖੋ ਦੀ ਜਿੱਦ ਅੱਗੇ ਕੁਝ ਨਾ ਕਰ ਪਾਇਆ। ਰੁਲਦੂ ਪੈਰਾਂ ਨੂੰ ਘਸਾਉਂਦਾ ਕੰਧਾਂ ਨੂੰ ਫੜ ਕੇ ਤੁਰਦਾ ਘਰੋਂ ਬਾਹਰ ਨੂੰ ਹੋ ਗਿਆ। ਸਾਧੂ ਸਿੰਘ ਵੀ ਘਰ ਤੋਂ ਬਾਹਰ ਆ ਗਿਆ ਤੇ ਗਲੀ ਵਿੱਚ ਖਲੋਤਾ ਰੁਲਦੂ ਨੂੰ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਰੁਲਦੂ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋ ਰਿਹਾ ਗਿਆ। ਰੁਲਦੂ ਨੂੰ ਘਰ ਛੱਡੇ ਨੂੰ ਕਾਫੀ ਚਿਰ ਹੋ ਗਿਆ ਸੀ। ਉਦੋਂ ਤੱਕ ਲੱਖੀ, ਪੋਲੇ, ਭੰਗੀ ਤੇ ਜੋਤੀ ਦਾ ਵਿਆਹ ਹੋ ਚੁੱਕਾ ਸੀ। ਸਾਧੂ ਸਿੰਘ ਦੀ ਕਾਫੀ ਉਮਰ ਹੋ ਚੁੱਕੀ ਸੀ, ਜਿਸ ਕਾਰਨ ਉਸ ਦਾ ਸਰੀਰ ਕੰਮ ਕਰਨ ਤੋਂ ਜਵਾਬ ਦੇਣ ਲੱਗ ਪਿਆ ਸੀ। ਉਸ ਦੀ ਔਲਾਦ ਤੇ ਲੱਖੋ ਨੂੰ ਉਸ ਦੀ ਸਿਹਤ ਦਾ ਪੂਰਾ ਵੀ ਖਿਆਲ ਨਹੀਂ ਸੀ। ਜੋਤੀ ਵੀ ਜਦੋਂ ਆਉਂਦੀ ਸੀ ਤਾਂ ਆਪਣੇ ਭਰਾਵਾਂ ਤੇ ਲੱਖੋ ਨੂੰ ਮਿਲ ਕੇ ਚਲੀ ਜਾਂਦੀ ਸੀ। ਮੁੰਡੇ ਆਪੋ ਆਪਣੇ ਕੰਮ ਕਰਕੇ ਪੈਸੇ ਕਮਾਉਂਦੇ ਸਨ, ਪਰ ਉਹਨਾਂ ਨੇ ਸਾਧੂ ਸਿੰਘ ਨੂੰ ਕਹਿ ਦਿੱਤਾ ਸੀ ਕਿ ਜਦੋਂ ਤੱਕ ਕਮਾ ਕੇ ਲਿਆਉਂਦਾ ਰਹੇਗਾ ਉਦੋਂ ਤੱਕ ਰੋਟੀ ਮਿਲਦੀ ਰਹੇਗੀ। ਲੱਖੋ ਵੀ ਆਪਣੀ ਔਲਾਦ ਦੀ ਜ਼ਬਾਨ ਬੋਲਦੀ ਸੀ। ਉਹ ਵੀ ਸਾਧੂ ਸਿੰਘ ਨੂੰ ਬੁੱਢੀ ਉਮਰ ਵਿੱਚ ਕਮਾ ਕੇ ਖਾਣ ਲਈ ਕਹਿੰਦੀ ਸੀ। ਲੱਖੀ ਨੇ ਤਾਂ ਸਾਧੂ ਸਿੰਘ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਜਿਸ ਦਿਨ ਕੁਝ ਕਮਾ ਕੇ ਨਾ ਲਿਆਇਆ ਉਸ ਦਿਨ ਘਰੇ ਨਾ ਵੜੀ। ਸਾਧੂ ਸਿੰਘ ਲੇਬਰ ਚੌਂਕ 'ਤੇ ਜਾ ਕੇ ਬਹਿ ਜਾਂਦਾ ਸੀ। ਕਦੇ-ਕਦੇ ਕੋਈ ਮਿਸਤਰੀ ਉਸ ਨੂੰ ਆਪਣੇ ਨਾਲ ਲੈ ਜਾਂਦਾ ਸੀ। ਜ਼ਿਆਦਾਤਰ ਤਾਂ ਇਹ ਸੋਚ ਕੇ ਉਸ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਸਨ ਕਿ ਇਸ ਨੂੰ ਤਾਂ ਫਾਲਤੂ 'ਚ ਦਿਹਾੜੀ ਦੇਣੀ ਪੈਣੀ। ਇਸ ਬੁੱਢੇ ਹੋ ਗਏ ਸਰੀਰ ਨਾਲ ਇਹ ਕਿੰਨਾ ਕੁ ਕੰਮ ਕਰ ਲਵੇਗਾ। ਸਾਧੂ ਸਿੰਘ ਉੱਥੇ ਆਉਣ ਜਾਣ ਵਾਲਿਆਂ ਅੱਗੇ ਹੱਥ ਜੋੜ ਕੇ ਖੜ ਜਾਂਦਾ ਸੀ ਤੇ ਕਹਿੰਦਾ ਸੀ, ਮੈਨੂੰ ਵੀ ਲੈ ਜਾਓ। ਜੇ ਮੈਂ ਅੱਜ ਕੁਝ ਕਮਾ ਕੇ ਘਰੇ ਨਾ ਗਿਆ ਤਾਂ ਮੈਨੂੰ ਰੋਟੀ ਨਹੀਂ ਮਿਲਣੀ। ਹੁੰਦਾ ਵੀ ਇਸੇ ਤਰ੍ਹਾਂ ਸੀ। ਜਦੋਂ ਸਾਧੂ ਸਿੰਘ ਖਾਲੀ ਹੱਥ ਘਰ ਜਾਂਦਾ ਸੀ ਤਾਂ ਉਸ ਨੂੰ ਜਾਂ ਤਾਂ ਬਾਸੀ ਰੋਟੀ ਮਿਲਦੀ ਸੀ ਜਾਂ ਫਿਰ ਉਹ ਵੀ ਨਸੀਬ ਨਹੀਂ ਹੁੰਦੀ ਸੀ। ਬੰਦਾ ਸਾਰੀ ਉਮਰ ਆਪਣੇ ਬੱਚਿਆਂ ਲਈ ਕਮਾਉਂਦਾ, ਇਹ ਸੋਚ ਕੇ ਕਿ ਬੁਢਾਪੇ ਵੇਲੇ ਇਹ ਵੀ ਮੈਨੂੰ ਕਮਾ ਕੇ ਖਵਾਉਣਗੇ। ਪਰ ਨਾਰੀਅਲ ਦਾ ਤੇ ਔਲਾਦ ਦਾ ਕੁਝ ਪਤਾ ਨਹੀਂ ਹੁੰਦਾ ਕਿ ਕਿਵੇਂ ਦੇ ਨਿਕਲਣਗੇ। ਕੁਝ ਕੁ ਸਾਧੂ ਸਿੰਘ ਦੀਆਂ ਹੰਝੂ ਭਿੱਜੀਆਂ ਬੁੱਢੀਆਂ ਅੱਖਾਂ 'ਤੇ ਤਰਸ ਖਾ ਕੇ ਨਾਲ ਲੈ ਜਾਂਦੇ ਸਨ, ਪਰ ਜ਼ਿਆਦਾਤਰ ਆਪਣੇ ਫਾਇਦੇ ਦੀ ਹੀ ਸੋਚਦੇ ਸਨ। ਸਾਧੂ ਸਿੰਘ ਦੇ ਜੋੜੇ ਹੱਥਾਂ ਦੀ ਉਹ ਪੂਰਾ ਕਦਰ ਨਹੀਂ ਪਾਉਂਦੇ ਸਨ। ਇੱਕ ਦਿਨ ਦੁਪਹਿਰ ਹੋਣ ਨੂੰ ਆਈ ਸੀ।
ਸਾਧੂ ਸਿੰਘ ਲੇਬਰ ਚੌਂਕ 'ਤੇ ਇਕੱਲਾ ਬੈਠਾ ਸੀ। ਉਸ ਦਿਨ ਵੀ ਉਸਨੂੰ ਕੋਈ ਕੰਮ 'ਤੇ ਨਾਲ ਲੈ ਕੇ ਨਾ ਗਿਆ। ਉੱਥੋਂ ਦੀ ਇੱਕ ਕਾਰ ਲੰਘ ਰਹੀ ਸੀ। ਉਹ ਕਾਰ ਅਚਾਨਕ ਰੁਕ ਗਈ ਤੇ ਸਾਧੂ ਸਿੰਘ ਵੱਲ ਆਈ। ਕਾਰ ਦੀ ਬਾਰੀ ਖੁੱਲ੍ਹੀ ਤਾਂ ਵੈਲ ਡਰੈਸਡ ਜੈਂਟਲਮੈਨ ਬਣਿਆ ਹੋਇਆ ਰੁਲਦੂ ਕਾਰ 'ਚੋਂ ਬਾਹਰ ਨਿਕਲਿਆ। ਉਹ ਜਾ ਕੇ ਸਾਧੂ ਸਿੰਘ ਦੇ ਪੈਰਾਂ ਵਿੱਚ ਡਿੱਗ ਪਿਆ। ਰੁਲਦੂ ਦਾ ਬਦਲਿਆ ਰੂਪ ਤੇ ਗੱਡੀ ਦੇਖ ਕੇ ਸਾਧੂ ਸਿੰਘ ਨੂੰ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਸਾਧੂ ਸਿੰਘ ਦਾ ਬੁੱਢਾ ਸਰੀਰ ਤੇ ਅੱਖਾਂ ਵਿੱਚ ਪਾਣੀ ਦੇਖ ਕੇ ਰੁਲਦੂ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਸਨੇ ਹਿੰਮਤ ਜਿਹੀ ਕਰਕੇ ਸਾਧੂ ਸਿੰਘ ਤੋਂ ਪੁੱਛਿਆ, ਇਹ ਕੀ ਹਾਲ ਬਣਾ ਲਿਆ ਪਾਪੇ? ਸਾਧੂ ਸਿੰਘ ਨੇ ਕਿਹਾ, ਕੁਝ ਨਾ ਪੁੱਛ ਪੁੱਤ, ਮੇਰੇ ਤੋਂ ਦੱਸਿਆ ਨਹੀਂ ਜਾਣਾ। ਰੁਲਦੂ, ਲੱਖੀ ਵੀਰ ਹੁਣੀ ਤੈਨੂੰ ਇਸ ਉਮਰੇ ਵੀ ਕੰਮ ਕਰਨ ਲਈ ਭੇਜਦੇ ਨੇ? ਸਾਧੂ ਸਿੰਘ, ਕੀ ਦੱਸਾਂ ਪੁੱਤ, ਤੇਰੇ ਜਾਣ ਤੋਂ ਬਾਅਦ ਤੇਰੀ ਮਾਂ ਮੇਰੇ ਨਾਲ ਪਰਾਇਆਂ ਵਰਗਾ ਵਰਤਾਓ ਕਰਨ ਲੱਗ ਪਈ ਸੀ। ਬੱਚੇ ਵੀ ਉਸੇ ਦੀ ਹੀ ਸੁਣਦੇ ਸੀ। ਫਿਰ ਜਦੋਂ ਦੇ ਸਭ ਦੇ ਵਿਆਹ ਕੀਤੇ ਉਦੋਂ ਦਾ ਮੈਂ ਆਪਣੇ ਘਰ ਵਿੱਚ ਹੀ ਬਗਾਨਾ ਹੋ ਗਿਆ। ਜਿਨ੍ਹਾਂ ਨੂੰ ਮੈਂ ਬਿਨ ਮੰਗਿਆਂ ਸਭ ਕੁਝ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਹੁਣ ਉਹਨਾਂ ਤੋਂ ਹੀ ਰੋਟੀ ਦੀ ਭੀਖ ਮੰਗਣੀ ਪੈਣੀ। ਰੁਲਦੂ, ਕੋਈ ਨਾ ਪਾਪੇ, ਉਹਨਾਂ ਨੇ ਜਿੰਨਾ ਤੇਰੇ ਤੋਂ ਖੋਇਆ ਉਸ ਤੋਂ ਦੁੱਗਣਾ ਕਰਕੇ ਨਾ ਮੜਵਾਇਆ ਤਾਂ ਕਹੀਂ। ਸਾਧੂ ਸਿੰਘ, ਤੂੰ ਕਿਵੇਂ? ਰੁਲਦੂ ਬੋਲਿਆ, ਜਦੋਂ ਮੈਂ ਘਰੋਂ ਨਿਕਲਿਆ ਸੀ ਤਾਂ ਰਸਤੇ ਵਿੱਚ ਜਾਂਦੇ ਜਾਂਦੇ ਮੈਨੂੰ ਮੇਰਾ ਦੋਸਤ ਮਨੀ ਮਿਲ ਗਿਆ। ਉਸ ਨੂੰ ਮੈਂ ਸਾਰੀ ਘਟਨਾ ਦੱਸੀ ਤੇ ਉਹ ਮੈਨੂੰ ਆਪਣੇ ਘਰ ਲੈ ਗਿਆ। ਉਸ ਦੇ ਮਾਂ-ਪਿਓ ਨੇ ਮੈਨੂੰ ਕਦੇ ਵੀ ਬੇਗਾਨਾ ਮਹਿਸੂਸ ਨਹੀਂ ਕਰਵਾਇਆ। ਮਣੀ ਦੇ ਭਾਪੇ ਨੇ ਮੈਨੂੰ ਗੱਡੀ ਸਿਖਾਈ ਤੇ ਆਪਣੇ ਇੱਕ ਦੋਸਤ ਕੋਲ ਡਰਾਈਵਰ ਰਖਵਾ ਦਿੱਤਾ। ਉਸ ਦਾ ਦੋਸਤ ਜੱਜ ਹੈ। ਜੇ ਲੋੜ ਪਈ ਤਾਂ ਉਸ ਦੀ ਮਦਦ ਵੀ ਲਵਾਂਗੇ। ਜਿੰਨਾ ਇਹਨਾਂ ਨੇ ਤੈਨੂੰ ਰਵਾਇਆ ਉਸ ਤੋਂ ਕਿਤੇ ਵੱਧ ਹੁਣ ਇਹ ਰੋਣਗੇ ਤੇ ਤੈਨੂੰ ਨਾ ਹੁਣ ਮੈਂ ਕੋਈ ਕੰਮ ਕਰਨ ਦੇਣਾ ਤੇ ਨਾ ਰੋਣ ਦੇਣਾ। ਮੈਂ ਤੈਨੂੰ ਆਪ ਖਵਾਊਂਗਾ, ਕਮਾ ਕੇ ਵੀ ਤੇ ਪਕਾ ਕੇ ਵੀ। ਸਾਧੂ ਸਿੰਘ, ਆਪਣੀ ਮਾਂ ਨੂੰ ਵੀ ਘਰੋਂ ਕੱਢੇਂਗਾ? ਰੁਲਦੂ, ਜਿਸ ਔਰਤ ਨੇ ਐਨੇ ਸਾਲ ਤੇਰੇ ਨਾਲ ਰਹਿ ਕੇ ਤੇਰੀ ਕਦਰ ਨਹੀਂ ਪਾਈ, ਮੈਂ ਉਸ ਔਰਤ ਤੋਂ ਧਣੀਆਂ ਲੈਣਾ? ਕਿਵੇਂ ਭੁੱਲ ਜਾਵਾਂ ਕਿ ਜਿਸ ਨੂੰ ਮੈਂ ਰੱਬ ਦਾ ਦਰਜਾ ਦਿੰਦਾ ਸੀ ਉਸੇ ਨੇ ਮੈਨੂੰ ਕਿਵੇਂ ਘਰੋਂ ਜਲੀਲ ਕਰਕੇ ਕੱਢਿਆ ਸੀ। ਹੁਣ ਤਾਂ ਵੀਰ ਹੁਰਾਂ ਸਮੇਤ ਮਾਤਾ ਵੀ ਘਰੋਂ ਨਿਕਲੂ। ਟਕੇ ਦੇ ਬਰਾਬਰ ਦੇ ਬੰਦਿਆਂ ਪਿੱਛੇ ਨਾ ਚੋ। ਚੱਲ ਅੱਜ ਤੈਨੂੰ ਇਨਸਾਫ ਦਿਵਾਈਏ। ਸਾਧੂ ਸਿੰਘ ਨੂੰ ਰੁਲਦੂ 'ਤੇ ਬਹੁਤ ਮਾਣ ਮਹਿਸੂਸ ਹੋਇਆ। ਰੁਲਦੂ ਨੇ ਸਾਧੂ ਸਿੰਘ ਨੂੰ ਫੜ ਕੇ ਪੂਰੇ ਇੱਜ਼ਤ ਮਾਣ ਨਾਲ ਕਾਰ ਵਿੱਚ ਬਿਠਾਇਆ ਤੇ ਕਾਰ ਦਾ ਰੁਖ ਆਪਣੇ ਘਰ ਵੱਲ ਕਰ ਲਿਆ। ਰੁਲਦੂ ਨੇ ਕਾਰ ਲਿਆ ਕੇ ਆਪਣੇ ਘਰ ਦੇ ਬਾਹਰ ਰੋਕੀ ਤੇ ਲਗਾਤਾਰ ਹੌਰਨ ਵਜਾਉਣੇ ਸ਼ੁਰੂ ਕਰ ਦਿੱਤੇ। ਹੌਰਨ ਦੀ ਆਵਾਜ਼ ਸੁਣ ਕੇ ਲੱਖੋ ਬਾਹਰ ਨੂੰ ਆਈ। ਲੱਖੋ ਨੂੰ ਬਾਹਰ ਆਉਂਦੀ ਦੇਖ ਕੇ ਰੁਲਦੂ ਕਾਰ 'ਚੋਂ ਬਾਹਰ ਨਿਕਲਿਆ। ਲੱਖੋ ਨੇ ਰੁਲਦੂ ਦੇ ਕੋਲ ਆਉਂਦੇ ਸਾਰ ਕਿਹਾ, ਵੇ ਮਰ ਜਾਣਿਆ, ਤੂੰ ਇੱਥੇ ਹੁਣ ਕੀ ਲੈਣ ਆਇਆ? ਰੁਲਦੂ ਨੇ ਰੋਹਬ ਨਾਲ ਕਿਹਾ, ਮੈਨੂੰ ਤੁਹਾਡੇ ਗਿਰੇ ਹੋਏ ਲੋਕਾਂ ਦੇ ਘਰ ਆਉਣ ਦਾ ਕੋਈ ਸ਼ੌਂਕ ਨਹੀਂ। ਮੈਂ ਇੱਥੇ ਸਿਰਫ ਆਪਣੇ ਭਾਪੇ ਦੇ ਹੱਕ ਦਿਵਾਉਣ ਆਇਆ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ। ਅਗਲਾ ਭਾਗ ਕੱਲ੍ਹ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ। ਵੀਡੀਓ ਕੱਲ੍ਹ ਸਵੇਰੇ 9:45 'ਤੇ ਅਪਲੋਡ ਕੀਤੀ ਜਾਵੇਗੀ। ਧੰਨਵਾਦ ਜੀ।